ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕੇਂਦਰ ਸਰਕਾਰ ਸੱਤਾ ਉੱਤੇ ਮੁਕੰਮਲ ਕਬਜ਼ੇ ਦੀ ਕੋਸ਼ਿਸ਼। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਉੱਗੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਆਤਿਸ਼। ਹਮੀਰ ਜੀ, ਮੌਜੂਦਾ ਸਮੇਂ ਜੇਕਰ ਗੱਲ ਕਰੀਏ ਤਾਂ ਦੇਸ਼ ਦੇ ਵਿੱਚ ਕੌਮੀ ਸੁਰੱਖਿਆ ਦਾ ਮੁੱਦਾ ਜਿਹੜਾ ਹੈਗਾ ਵੱਡੇ ਪੱਧਰ ਤੇ ਗਰਮਾਇਆ ਹੋਇਆ ਤੇ 2 ਦਿਨ ਪਹਿਲਾਂ ਜਿਹੜਾ ਹੈਗਾ ਨੈਸ਼ਨਲ ਸੁਰੱਖਿਆ ਐਡਵਾਈਜ਼ਰ ਵੱਲੋਂ ਵੀ ਜਿਹੜਾ ਹੈਗਾ ਇੱਕ ਅਜਿਹੀ ਟਿੱਪਣੀ ਕੀਤੀ ਜਾਂਦੀ ਹੈ ਜਿਸ ਦੀ ਦੇਸ਼ ਭਰ ਦੇ ਵਿੱਚ ਚਰਚਾ ਹੋ ਰਹੀ ਹੈ। ਅਸੀਂ ਜਾਣਨਾ ਚਾਹਾਂਗੇ ਅਜਿਹਾ ਉਹਨਾਂ ਨੇ ਕੀ ਕਿਹਾ ਕਿਉਂਕਿ ਜਿਸ ਦੀ ਦੇਸ਼ ਭਰ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ। ਅਸਲ ਦੇ ਵਿੱਚ ਦੇਸ਼ ਦੇ ਵਿੱਚ ਕਈ ਘਟਨਾਵਾਂ ਨੂੰ ਲੈ ਕੇ ਚਰਚਾ ਲਗਾਤਾਰ ਜਾਰੀ ਹੈ। ਘਟਨਾਵਾਂ ਕਿਹੜੀਆਂ ਸੀ? ਮੰਨ ਲਓ ਜਿੰਨੇ ਵੀ ਬੰਦੇ ਲੇਖਕ ਨੇ, ਕਾਫੀ ਪੱਤਰਕਾਰ ਨੇ ਜਾਂ ਹੋਰ ਸਮਾਜਿਕ ਕਾਰਕੁਨ ਨੇ ਜਿਨ੍ਹਾਂ ਨੂੰ ਵੱਖ-ਵੱਖ ਕੇਸਾਂ ਦੇ ਵਿੱਚ UAPA ਦੇ ਤਹਿਤ ਬੰਦ ਕੀਤਾ ਹੋਇਆ NIA ਨੇ, ਉਹਨਾਂ 'ਤੇ ਸਵਾਲ ਉੱਠ ਰਹੇ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਕਿ ਉਹਨਾਂ ਨੇ ਇਹੋ ਜਿਹਾ ਕੀ ਕੀਤਾ ਕਿ ਉਹਨਾਂ ਨੂੰ ਮਤਲਬ ਇਸ ਤਰੀਕੇ ਨਾਲ 2-2 ਸਾਲ 3-3 ਸਾਲ ਜ਼ਮਾਨਤ ਵੀ ਨਾ ਹੋਵੇ ਇਹੋ ਜਿਹੇ ਕੇਸਾਂ 'ਚ ਰੱਖਿਆ ਗਿਆ ਜੀ। ਹੁਣ ਇੱਕ ਤਰੀਕਾ ਤਾਂ ਗੌਰਮੈਂਟ ਦੇ ਸਾਹਮਣੇ ਇਹ ਹੁੰਦਾ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਕਿ ਉਹ ਆਪਣੀ ਸਫਾਈ ਦਿੰਦੀ ਹੈ ਤੱਥਾਂ 'ਤੇ ਆਧਾਰਿਤ, ਅੰਕੜਿਆਂ 'ਤੇ ਆਧਾਰਿਤ। ਬਿਲਕੁਲ। ਪਰ ਪਿਛਲੇ ਲੰਮੇ ਸਮੇਂ ਤੋਂ ਇੱਕ ਬਿਰਤਾਂਤ ਸਿਰਜਿਆ ਜਾ ਰਿਹਾ ਜਿਹੜੇ ਬਿਰਤਾਂਤ ਦੀ ਇਹ ਹੁਣ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਜੀ ਡੋਵਾਲ, ਉਹਨੇ ਇੱਕ ਸਟੇਟਮੈਂਟ ਦਿੱਤੀ ਹੈ, ਇੱਕ ਬਿਆਨ ਦਿੱਤਾ 2 ਦਿਨ ਪਹਿਲਾਂ ਜਿਹੜਾ ਬੜਾ ਹੀ ਮਤਲਬ ਦੂਰ-ਰਸ ਨਤੀਜਿਆਂ ਵਾਲਾ ਹੈ, ਜਿਹਦੇ ਅਸਰ ਕਿੰਨੇ ਪੈ ਸਕਦੇ ਨੇ ਸਮਾਜ ਦੇ ਉੱਤੇ ਸ਼ਾਇਦ ਸੁਭਾਵਿਕ ਤਰੀਕੇ ਨਾਲ ਚਿਤਵਿਆ ਨਹੀਂ ਜਾ ਸਕਦਾ। ਬਹੁਤ ਗਹਿਰਾਈ 'ਚ ਉਹਦੇ ਅਰਥ ਦੇਖਣ ਦੀ ਲੋੜ ਹੈ। ਉਹਨਾਂ ਨੇ ਕੀ ਕਿਹਾ? ਉਹ ਕਹਿ ਰਹੇ ਨੇ ਕਿ ਜਿਹੜੀ ਸਿਵਲ ਸੁਸਾਇਟੀ ਹੈ ਜਾਂ ਆਮ ਪੜ੍ਹੇ ਲਿਖੇ ਤਬਕਾ ਹੈ ਮਿਡਲ ਕਲਾਸ ਦਾ, ਇਹਨੂੰ ਮੈਨੀਪੂਲੇਟ ਵੀ ਕੀਤਾ ਜਾ ਸਕਦਾ, ਭਾਵ ਗੁੰਮਰਾਹ ਕੀਤਾ ਜਾ ਸਕਦਾ। ਇਸ ਕਰਕੇ ਜ਼ਰੂਰੀ ਨਹੀਂ ਇਹਦੇ ਵੱਲੋਂ ਜੋ ਚੀਜ਼ਾਂ ਉਠਾਈਆਂ ਜਾ ਰਹੀਆਂ ਨੇ, ਜੋ ਸਰਕਾਰ ਦੇ ਖਿਲਾਫ ਮੰਗਾਂ ਉਠਾਈਆਂ ਜਾ ਰਹੀਆਂ ਨੇ, ਮੁੱਦੇ ਉਠਾਏ ਜਾ ਰਹੇ ਨੇ, ਉਹਨਾਂ ਨੂੰ ਠੀਕ ਸੰਦਰਭ 'ਚ ਦੇਖਿਆ ਜਾਏ। ਜੇ ਉਹ ਗੁੰਮਰਾਹ ਹੋਈ ਕਲਾਸ ਹੈ, ਗੁੰਮਰਾਹ ਹੋਏ ਬੰਦੇ ਨੇ, ਤਾਂ ਦੇਸ਼ ਦੇ ਖਿਲਾਫ ਵੀ ਗੱਲ ਕਰ ਸਕਦੇ ਨੇ, ਦੇਸ਼ ਧਰੋਹੀ ਹੋ ਸਕਦੇ ਨੇ, ਇਹਦਾ ਮਤਲਬ ਬਾਕੀ ਦੀਆਂ ਚੀਜ਼ਾਂ ਨੇ। ਹੁਣ ਤੱਕ ਦੁਨੀਆ ਪੱਧਰ ਦੇ ਵਿੱਚ ਇੱਕ ਧਾਰਨਾ ਚੱਲਦੀ ਹੈ, ਇੱਕ ਨੈਰੇਟਿਵ ਜਾਂ ਬਰਤਾਂਤ ਚੱਲਦਾ ਹੈ, ਉਹ ਇਹ ਹੈ ਕਿ ਜੋ ਕਿਸੇ ਵੀ ਦੇਸ਼ ਦੀ ਜਮਹੂਰੀਅਤ ਉਨੇ ਪੱਕੇ ਪੈਰੀ ਨਹੀਂ ਰਹਿ ਸਕਦੀ ਜੇਕਰ ਉੱਥੇ ਦੀ ਸਿਵਲ ਸੁਸਾਇਟੀ ਵੱਖ-ਵੱਖ ਮਾਮਲਿਆਂ 'ਚ ਦਖਲ ਨਹੀਂ ਦਿੰਦੀ ਸਰਕਾਰੀ ਪਾਲਿਸੀ ਦੇ ਵਿੱਚ, ਜੇਕਰ ਉਹ ਸਰਕਾਰਾਂ ਦੀ ਆਲੋਚਨਾ ਨਹੀਂ ਕਰਦੀ, ਜੇਕਰ ਉਹ ਸਰਕਾਰਾਂ ਨੂੰ ਜਵਾਬਦੇਹ ਬਣਾਉਣ ਦੀ ਕੋਸ਼ਿਸ਼ ਨਹੀਂ ਕਰਦੀ, ਜੇਕਰ ਉਹ ਕਿਉਂਕਿ ਉਹ ਸਮਰੱਥ ਪੜ੍ਹੀ ਲਿਖੀ ਇੱਕ ਕਲਾਸ ਹੁੰਦੀ ਹੈ ਅਤੇ ਉਹ ਜਦੋਂ ਆਵਾਜ਼ ਉਠਾਉਂਦੀ ਹੈ ਵੱਡੇ ਪੱਧਰ ਦੇ ਉੱਤੇ ਤਾਂ ਸੱਤਾ ਤੱਕ ਅਸਰ ਹੁੰਦਾ ਹੈ। ਸੱਤਾ ਨੂੰ ਆਪਣੇ ਫੈਸਲੇ ਕਈ ਵਾਰ ਬਦਲਣੇ ਪੈਂਦੇ ਨੇ। ਜਿਵੇਂ ਮਿਸਾਲ ਦੇ ਤੌਰ 'ਤੇ ਉਹ ਬੜੀ ਬਾਰ-ਬਾਰ ਗੱਲਾਂ ਹੁੰਦੀਆਂ ਨੇ ਇਹਨਾਂ ਚੀਜ਼ਾਂ ਦੀਆਂ, ਜਿਹੜਾ ਅਮਰੀਕਾ ਦੇ ਵਿੱਚ ਕਾਲੇ ਨਾਗਰਿਕ ਦੇ ਗਰਦਨ 'ਤੇ ਗੋਡਾ ਰੱਖਿਆ ਗਿਆ ਤਾਂ ਉੱਥੇ ਦੀ ਸਿਵਲ ਸੁਸਾਇਟੀ ਨੇ ਜਿਸ ਲੈਵਲ 'ਤੇ ਆਵਾਜ਼ ਉਠਾਈ ਤਾਂ ਕਿੰਨੇ ਕਾਨੂੰਨਾਂ ਵਿੱਚ ਤਬਦੀਲੀ ਹੋਈ, ਕਿੰਨੇ ਲੋਕਾਂ ਨੇ ਕਿਹਾ ਸਰਕਾਰ ਨੂੰ, ਟਰੰਪ ਪ੍ਰਸ਼ਾਸਨ ਨੂੰ ਪਿੱਛੇ ਜਿਹੜਾ ਮੁੜਨਾ ਪਿਆ। ਅਤੇ ਇਸੇ ਤਰ੍ਹਾਂ ਜਿਵੇਂ ਆ ਹੁਣ ਹੋ ਕੇ ਹਟਿਆ ਦੁਨੀਆ ਦੇ ਵਿੱਚ 31 ਅਕਤੂਬਰ ਤੋਂ ਲੈ ਕੇ 12 ਨਵੰਬਰ ਤੱਕ ਆਲਮੀ ਤਪਸ਼ ਦੇ ਮਾਮਲੇ ਦੇ ਵਿੱਚ ਇੱਕ ਸੰਮੇਲਨ ਹੋਇਆ ਗਲਾਸਗੋ ਦੇ ਵਿੱਚ। UK ਦਾ ਸੂਬਾ ਹੈ ਸਕਾਟਲੈਂਡ, ਉਹਦੇ 'ਚ ਇੱਕ ਸ਼ਹਿਰ ਹੈ ਗਲਾਸਗੋ। ਉੱਥੇ ਲੱਖਾਂ ਦੀ ਤਾਦਾਦ ਦੇ ਵਿੱਚ ਐਸੀ ਸੁਸਾਇਟੀ ਦੇ ਬੰਦੇ, ਜਿਹਦੇ 'ਚ ਪੌਪ ਸਿੰਗਰਾਂ ਤੋਂ ਲੈ ਕੇ ਵਾਤਾਵਰਨ ਪ੍ਰੇਮੀਆਂ ਤੋਂ ਲੈ ਕੇ ਵੱਖ-ਵੱਖ ਸਮਾਜਿਕ ਕਾਰਕੁਨ ਗਏ, ਜਿਨ੍ਹਾਂ ਨੇ ਦਬਾਅ ਬਣਾਇਆ। ਵੱਖ-ਵੱਖ ਜਿਹੜੇ 200 ਦੇਸ਼ਾਂ ਦੇ ਮੁਖੀ ਗਏ ਸੀਗੇ ਸਰਕਾਰਾਂ ਦੇ ਕਿ ਤੁਸੀਂ ਕਿਉਂ ਇਹ ਸਾਰੇ ਇਹੋ ਜਿਹੀਆਂ ਪਾਲਿਸੀਆਂ ਲਿਆ ਰਹੇ ਹੋ ਜਿਹਦੇ ਨਾਲ ਸਾਰਾ ਭਵਿੱਖ ਖਰਾਬ ਹੋ ਰਿਹਾ, ਬਚਪਨ ਰੁਲ ਰਿਹਾ ਹੈ, ਭਵਿੱਖ ਦੇ ਵਿੱਚ ਇੱਕ ਇਸ ਲੈਵਲ ਦਾ ਮਾਹੌਲ ਪੈਦਾ ਹੋ ਰਿਹਾ ਕਿ ਲੋਕ ਜਿੱਦਾਂ ਰਹਿਣਗੇ ਜਾਂ ਨਹੀਂ ਰਹਿਣਗੇ, ਇਹ ਸਵਾਲ ਉੱਠਦੇ ਨੇ। ਬਿਲਕੁਲ। ਇਸ ਸੰਦਰਭ ਦੇ ਵਿੱਚ ਇਹ ਮੰਨਿਆ ਜਾਂਦਾ ਕਿ ਜਿੱਥੇ-ਜਿੱਥੇ ਸਿਵਲ ਸੁਸਾਇਟੀ ਮਜ਼ਬੂਤ ਹੈ ਉਹ ਆਪਣੇ ਮੁੱਦਿਆਂ 'ਤੇ ਲੜਦੀ ਹੈ। ਕਿਤੇ ਕੋਈ ਗਰੁੱਪ ਮਨੁੱਖੀ ਅਧਿਕਾਰਾਂ ਦੇ ਸਵਾਲ 'ਤੇ ਲੜਦਾ ਹੈ, ਦੂਜਾ ਗਰੁੱਪ ਸਭ ਦੀ ਐਜੂਕੇਸ਼ਨ ਦੀ ਬਰਾਬਰੀ 'ਤੇ ਲੜਦਾ ਹੈ, ਤੀਜਾ ਗਰੁੱਪ ਸਿਹਤ ਸੇਵਾਵਾਂ 'ਤੇ ਲੜਦਾ ਹੈ, ਚੌਥਾ ਗਰੁੱਪ ਵਾਤਾਵਰਨ ਨੂੰ ਬਚਾਉਣ 'ਤੇ ਲੜਦਾ ਹੈ, ਕੋਈ ਗਰੁੱਪ ਪਾਣੀ 'ਤੇ ਲੜਦਾ, ਪਾਣੀ ਦੇ ਬਚਾਉਣ 'ਤੇ ਅਲੱਗ-ਅਲੱਗ, ਕੋਈ ਔਰਤਾਂ ਦੇ ਮੁੱਦੇ 'ਤੇ ਲੜਦਾ, ਕੋਈ ਕਿਸੇ ਬਾਲ ਵਿਕਾਸ ਦੇ ਨਾਂ 'ਤੇ ਲੜਦਾ, ਮਤਲਬ ਅਲੱਗ-ਅਲੱਗ ਟਾਈਪ ਦੇ ਗਰੁੱਪ ਹੁੰਦੇ ਨੇ। ਜੇ ਉਹ ਨਾ ਹੋਣ, ਜੇ ਉਹ ਆਵਾਜ਼ ਨਾ ਉਠਾਉਣ ਤਾਂ ਸੱਤਾ ਨਿਰੰਕੁਸ਼ ਹੋ ਜਾਂਦੀ ਹੈ, ਤਾਂ ਬਾਕੀ ਦੇ ਲੋਕ ਵੀ ਇਹ ਕਰਦੇ ਨੇ। ਹੁਣ ਇਹ ਬਿਆਨ ਜੇ ਇਸ ਸੰਦਰਭ ਦੇ ਵਿੱਚ ਰੱਖ ਕੇ ਦੇਖਦੇ ਹਾਂ ਕਿ ਡੈਮੋਕ੍ਰੇਸੀ ਦੀ ਚਾਹਤ ਇਹ ਹੈ, ਤਾਂ ਜਦੋਂ ਇੱਕ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਇਹ ਕਹਿ ਰਿਹਾ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦਾ ਮਤਲਬ ਹੈ ਕਿ ਸਭ ਤੋਂ ਬੜਾ ਅਧਿਕਾਰੀ ਹੈ ਜਿਹੜਾ ਇਸ ਗੱਲ 'ਤੇ ਪਾਲਿਸੀ ਮੇਕਿੰਗ ਦੇ ਵਿੱਚ ਸ਼ਾਮਲ ਹੁੰਦਾ, ਬਣਾਉਂਦਾ, ਕਿ ਟੋਟਲ ਜਿਹੜੀ ਮਿਡਲ ਕਲਾਸ ਹੈ ਉਹ ਗੁੰਮਰਾਹ ਕੀਤੀ ਜਾ ਸਕਦੀ ਹੈ। ਗੁੰਮਰਾਹ ਹੋਣ ਦੇ ਨਾਲ ਇਹਦਾ ਮਤਲਬ ਇਹ ਹੈ ਕਿ ਉਸ 'ਤੇ ਕੋਈ ਵੀ ਕਾਨੂੰਨ, ਕੋਈ ਵੀ ਬਾਕੀ ਦੀ ਚੀਜ਼, ਕੋਈ ਵੀ ਜ਼ਬਰਦਸਤੀ, ਸਟੇਟ ਕੋਈ ਵੀ
ਫਾਰਮੂਲਾ ਲਾਗੂ ਕਰ ਸਕਦੀ ਹੈ ਉਹਦੀ ਜ਼ੁਬਾਨਬੰਦੀ ਵਾਸਤੇ। ਜੀ ਜੇ ਤੁਸੀਂ ਤੈਅ ਕਰ ਲੈਂਦੇ ਹੋ ਕਿ ਇਹ ਸਾਰੀ ਗੁੰਮਰਾਹ ਹੋਈ ਹੋਈ ਕਲਾਸ ਹੈ। ਇਸੇ ਕਰਕੇ ਅੱਜ ਕੱਲ੍ਹ ਕਿੰਨੇ ਥਾਵਾਂ ਦੇ ਉੱਤੇ ਜਿਹੜੇ ਖਬਰਾਂ ਲਿਖਦੇ ਨੇ ਉਹਨਾਂ ਘਟਨਾਵਾਂ ਲਈ ਪੱਤਰਕਾਰ ਫੜੇ ਜਾ ਰਹੇ ਨੇ। ਇਸੇ ਕਰਕੇ ਕਾਰਕੁਨ ਫੜੇ ਜਾ ਰਹੇ ਨੇ, ਸਮਾਜਿਕ ਕਾਰਕੁਨ, ਲੇਖਕ, ਕਵੀ, ਹਰ ਉਹ ਵਿਅਕਤੀ ਜਿਹੜਾ ਸਰਕਾਰ ਨੂੰ ਚੁਣੌਤੀ ਦਿੰਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਦੀ ਗਲਤ ਗੱਲਾਂ ਨੂੰ, ਉਹਨਾਂ ਨੂੰ ਉਸ ਕੈਟਾਗਰੀ 'ਚ ਰੱਖਿਆ ਜਾਊਗਾ ਕਿ ਇਹ ਗੁੰਮਰਾਹਕੁਨ ਲੋਕ ਨੇ ਜੀ ਜਾਂ ਵੱਖ-ਵੱਖ ਲੋਕ ਨੇ। ਇਦੋਂ ਪਹਿਲਾਂ ਦਾ ਵਰਤਾਂਤ ਇਹ ਹੈ ਜਿਵੇਂ ਜਿਹੜੇ ਮਾਰਕਸਵਾਦੀ ਜਾਂ ਮਾਓਇਸਟ ਜਾਂ ਕਮਿਊਨਿਸਟ ਨੇ ਉਹਨਾਂ ਨੂੰ ਕਹਿੰਦੇ ਨੇ ਵਿਦੇਸ਼ੀ ਵਿਚਾਰਧਾਰਾ 'ਤੇ ਚੱਲਦੇ ਨੇ, ਇਸ ਕਰਕੇ ਇਹ ਕਰਦੇ ਨੇ। ਮੁਸਲਿਮ ਜਿਹਨੂੰ ਇਹ ਕਿਹਾ ਜਾ ਰਿਹਾ ਉਹ ਦੇਸ਼ ਨਾਲ ਉਸ ਲੈਵਲ 'ਤੇ ਨਹੀਂ। ਪਹਿਲਾਂ ਇੱਕ ਫੁੱਟ ਪਾਊ ਅਤੇ ਇੱਕ ਖੇਮੇਬੰਦੀ ਦਾ ਇੱਕ ਮਾਨਸਿਕਤਾ ਦਾ ਮਾਹੌਲ ਚੱਲ ਰਿਹਾ। ਹੁਣ ਜੇਕਰ ਇਹ ਸਰਕਾਰੀ ਪ੍ਰਚਾਰ ਤੰਤਰ ਦਾ ਹਿੱਸਾ ਬਣ ਜਾਂਦਾ, ਇਦੋਂ ਪਹਿਲਾਂ ਘੱਟੋ ਘੱਟ ਸਰਕਾਰਾਂ ਇਹ ਜ਼ਰੂਰ ਕਹਿੰਦੀਆਂ ਸੀ ਕਿ ਨਹੀਂ ਅਸੀਂ ਕਾਨੂੰਨ ਮੁਤਾਬਕ ਕੰਮ ਕਰਦੇ ਹਾਂ, ਅਸੀਂ ਸੰਵਿਧਾਨ ਮੁਤਾਬਕ ਕੰਮ ਕਰਦੇ ਹਾਂ। ਆਪੋਜੀਸ਼ਨ ਦਾ ਕੋਈ ਰੋਲ ਹੁੰਦਾ ਹੈ, ਸਿਵਲ ਸੁਸਾਇਟੀ ਵੀ ਮਹੱਤਵਪੂਰਨ ਹੁੰਦੀ ਹੈ, ਉਹਦੀ ਗੱਲ ਸੁਣੀ ਜਾਣੀ ਚਾਹੀਦੀ ਹੈ। ਪਰ ਹੁਣ ਉਹ ਵਰਤਾਂਤ ਬਦਲਣਾ ਚਾਹੁੰਦੇ ਹੋ ਤੁਸੀਂ ਟੋਟਲ, ਜਿਹੜਾ ਵਰਤਾਂਤ ਭਵਿੱਖ ਦੇ ਵਿੱਚ ਹੁਣੇ ਕਮਜ਼ੋਰ ਹੋ ਰਹੀ ਜਮਹੂਰੀਅਤ ਦੇ ਮਾਮਲੇ ਦੇ ਭਵਿੱਖ ਦੇ ਵਿੱਚ ਬਹੁਤ ਖਤਰਨਾਕ ਹੋ ਸਕਦਾ। ਇਹ ਤਾਨਾਸ਼ਾਹ ਰੁਚੀਆਂ ਦੇ ਨਾਲ ਲੈਸ ਬਿਆਨਬਾਜ਼ੀ ਹੈ। ਜੇਕਰ ਜਿੱਡੇ ਵੱਡੇ ਪੱਧਰ 'ਤੇ ਇਹਦੇ ਚਰਚਾ ਹੋਣੀ ਚਾਹੀਦੀ ਹੈ, ਗਲੀ ਗਲੀ, ਮੁਹੱਲੇ ਸੱਤ ਅਤੇ ਹਰ ਮੀਡੀਆ ਦੇ ਮੰਚ 'ਤੇ ਪਲੇਟਫਾਰਮ ਦੇ ਉੱਤੇ, ਓਡੇ ਵੱਡੇ ਤਰੀਕੇ ਨਾਲ ਗੱਲ ਨਹੀਂ ਹੋ ਰਹੀ ਜਿੱਡਾ ਵੱਡਾ ਇਹਦਾ ਅਸਰ ਪੈਣ ਦੀ ਸੰਭਾਵਨਾ ਸਮਾਜ ਦੇ ਉੱਤੇ। ਜੀ ਹਮੀਰ ਜੀ, ਦੇਸ਼ ਦੀ ਕੌਮੀ ਜਾਂਚ ਏਜੰਸੀਆਂ CBI ਹੋਵੇ ਚਾਹੇ ED, ਉਸ ਦੇ ਮੁਖੀਆਂ ਦੇ ਕਾਰਜਕਾਲ ਦੇ ਵਿੱਚ ਵੀ ਵਾਧਾ ਕੀਤਾ ਜਾ ਰਿਹਾ, ਜਿਸ ਦਾ ਦੇਸ਼ ਭਰ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ। ਲੋਕ ਇਤਰਾਜ਼ ਜਤਾ ਰਹੇ ਨੇ ਵੀ ਕਿ ਇਹ ਕਰਨਾ ਗਲਤ ਹੈ। ਅਸੀਂ ਜਾਣਨਾ ਚਾਹਾਂਗੇ ਵੀ ਕਿ ਉਹ ਪੂਰਾ ਮਾਮਲਾ ਕੀ ਹੈ। ਅਸਲ ਦੇ ਵਿੱਚ ਇੱਕ ਗੱਲ ਤਾਂ ਬੜੀ ਕਲੀਅਰ ਹੈ ਸ਼ੁਰੂ ਤੋਂ ਹੀ ਕਿ ਹੁਣ ਜਿਹੜੀਆਂ ਜਾਂਚ ਏਜੰਸੀਆਂ ਨੇ, ਜੇ ਸੂਬਿਆਂ ਦੇ ਵਿੱਚ ਵਿਜੀਲੈਂਸ ਹੈ, ਕੇਂਦਰ ਕੋਲ ED ਹੈ, ਕੇਂਦਰ ਕੋਲ CBI ਹੈ ਜਾਂ ਵੱਖ-ਵੱਖ ਹੋਰ ਏਜੰਸੀਆਂ ਨੇ, ਉਹ ਉਹਦੇ ਹੱਥਾਂ ਦੀ ਕਠਪੁਤਲੀ ਵਾਂਗ ਕੰਮ ਕਰਦੀਆਂ ਨੇ। ਉਹ ਮਨਮਰਜ਼ੀ ਦੇ ਤਰੀਕੇ ਦੇ ਨਾਲ ਸਿਆਸੀ ਵਿਰੋਧੀਆਂ ਦੇ ਖਿਲਾਫ, ਵਿਚਾਰਧਾਰਕ ਵਿਰੋਧੀਆਂ ਦੇ ਖਿਲਾਫ ਜਾਂ ਵੱਖ-ਵੱਖ ਤਰੀਕਿਆਂ ਦੇ ਨਾਲ ਜਿਹੜੇ ਲੋਕ ਲੱਗਦੇ ਨੇ ਕਿ ਸਰਕਾਰ ਦੇ ਰਸਤੇ ਦੇ ਵਿੱਚ ਕੋਈ ਅੜਿੱਚਣ ਖੜੀ ਕਰਦੇ ਨੇ, ਗਲਤ ਗੱਲ ਨੂੰ ਵੀ ਰੋਕਣ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਦੇ ਖਿਲਾਫ ਵਰਤੀਆਂ ਜਾ ਰਹੀਆਂ। ਇਹ ਗੱਲ ਤਾਂ ਇਹ ਸਭ ਦੇ ਸਾਹਮਣੇ ਹੈ। ਦੂਜੀ ਗੱਲ ਇਸੇ ਕਰਕੇ ਇਹ ਸੀ ਕਿ ਜਿਹੜੇ ਇਹ ਏਜੰਸੀਆਂ ਨੇ, ਇਹਨਾਂ ਨੂੰ ਥੋੜ੍ਹਾ ਬਹੁਤ ਕੰਮਕਾਜੀ ਬਣਾਉਣ ਦੇ ਵਾਸਤੇ ਇਹਨਾਂ ਦਾ ਇੱਕ ਜਿਹੜਾ ਢਾਂਚਾ ਹੈ, ਪ੍ਰਬੰਧਕੀ ਢਾਂਚਾ ਹੈ, ਉਹਦੇ 'ਚ ਦਖਲ ਦਾ ਸਵਾਲ ਸੀ। ਸੁਪਰੀਮ ਕੋਰਟ ਨੇ ਇੱਕ ਦਖਲ ਦਿੱਤਾ। ਸੁਪਰੀਮ ਕੋਰਟ ਨੇ ਇਹ ਕਿਹਾ ਸੀ ਕਿ 2 ਸਾਲਾਂ ਤੋਂ ਵੱਧ ਜਿਹੜਾ ਉਹ ਕਾਰਜਕਾਲ ਨਹੀਂ ਹੋ ਸਕਦਾ ਜਿਹੜਾ ਮੁਖੀ ਹੈ ED ਦਾ ਅਤੇ CBI ਦਾ। ਉਸ ਤੋਂ ਬਾਅਦ ਕੋਈ ਨਵਾਂ ਉਸ ਲੈਵਲ 'ਤੇ ਕਰ ਦਿੰਦਾ। ਔਰ ਗੌਰਮੈਂਟ ਨੂੰ ਇਹ ਕਿਹਾ ਸੀ ਕਿ ਜੇ ਆਪ ਮੁਹਾਰੇ ਐਂ ਵਧਾਉਂਦੇ ਹੋ ਤਾਂ ਇਹਦਾ ਮਤਲਬ ਇਹਦੇ ਪਿੱਛੇ ਮਨਸ਼ਾ ਜਿਹੜੀ ਹੈ ਉਹ ਠੀਕ ਨਹੀਂ ਹੈ। ਹੁਣ ਹੋਇਆ ਕਿ ਗੌਰਮੈਂਟ ਦਾ ਮਾਈਂਡ ਸੈੱਟ ਕੀ ਹੈ? ਗੌਰਮੈਂਟ ਦਾ ਮਾਈਂਡ ਸੈੱਟ ਇਹ ਹੈ ਵੀ ਜੋ ਅਸੀਂ ਮਨ ਬਣਾ ਲਿਆ ਉਹ ਅੰਤਮ ਹੈ। ਜੋ ਮਰਜ਼ੀ ਕਹੇ, ਚਾਹੇ ਸੁਪਰੀਮ ਕੋਰਟ ਕਹੇ, ਚਾਹੇ ਸਿਵਲ ਸੁਸਾਇਟੀ ਕਹੇ, ਚਾਹੇ ਕੋਈ ਵੀ ਕਰੇ, ਅਸੀਂ ਉਹਦੀ ਨਹੀਂ ਮੰਨਣੀ। ਅਸੀਂ ਆਪਣੀ ਮਨਮਾਨੀ ਤਰੀਕੇ ਦੇ ਨਾਲ ਬਹੁ ਗਿਣਤੀ ਦਾ ਫਾਇਦਾ ਉਠਾ ਕੇ ਆਪਾਂ ਆਪਣਾ ਕੰਮ ਕਰਨਾ ਜੋ ਸੋਚ ਲਿਆ। ਇਹੀ ਹਾਲ ਫਿਰ ਹੁਣ ED ਦੇ ਨਾਲ ਕੀਤਾ ਗਿਆ। ਉਹਨਾਂ ਨੇ ਸ਼ਬਦਾਵਲੀ ਤਾਂ ਇਹ ਲਿਖੀ ਹੈ ਕਿ ਕਿਸੇ ਵੀ ED ਜਾਂ CBI ਦੇ ਕਿਸੇ ਵੀ ਚੀਫ ਨੂੰ 5 ਸਾਲ ਤੋਂ ਵੱਧ ਉਹਦੇ 'ਤੇ ਰਹਿਣ ਦੀ ਇਜਾਜ਼ਤ ਨਹੀਂ ਹੋਏਗੀ। ਪਰ ਅਸਲ 'ਚ ਗੱਲ ਇਹ ਹੈ ਕਿ ਉਹ 2 ਸਾਲ ਤੋਂ ਵਧਾ ਕੇ ਉਹਨਾਂ ਦਾ ਟੈਨਿਓਰ 5 ਸਾਲ ਕਰ ਦਿੱਤਾ ਗਿਆ। ਅਤੇ ਇੱਕ ਹੋਰ ਗੱਲ ਜਿਹੜੀ ਵੱਡੀ ਹੈ ਇਹਦੇ ਵਿੱਚ, ਉਹ ਇਹ ਹੈ ਕਿ ਸਾਰੀ ਆਪੋਜੀਸ਼ਨ ਅਤੇ ਬਾਕੀ ਗੱਲ ਵਿਰੋਧ ਕਿਉਂ ਕਰ ਰਹੇ ਨੇ? ਉਹ ਇਸ ਕਰਕੇ ਕਰ ਰਹੇ ਨੇ ਕਿ ਜਿਹੜੀ ਮੋਦੀ ਸਰਕਾਰ ਜਦੋਂ ਦੀ ਆਈ ਹੈ ਤਾਂ ਬਹੁਤ ਵੱਡੇ ਮਹੱਤਵਪੂਰਨ ਫੈਸਲੇ ਪਾਰਲੀਮੈਂਟ 'ਚ ਚਰਚਾ ਕਰਨ ਦੀ ਬਜਾਏ ਜਾਂ ਬਾਕੀ ਦੀਆਂ ਥਾਵਾਂ 'ਤੇ ਚਰਚਾ ਕਰਨ ਦੀ ਬਜਾਏ ਉਹ ਥਰੂ ਆਰਡੀਨੈਂਸ ਲਿਆਂਦੇ ਜਾ ਰਹੇ ਨੇ। ਅਤੇ ਆਰਡੀਨੈਂਸ ਦਾ ਤਰੀਕਾ ਨਿਰੰਕੁਸ਼ਤਾ ਦਾ ਤਰੀਕਾ ਹੁੰਦਾ, ਕਿਉਂਕਿ 6 ਮਹੀਨੇ ਤਾਂ ਉਹ ਚੱਲ ਹੀ ਜਾਊਗਾ, ਫਿਰ ਦੇਖ ਲਾਂਗੇ ਉਸ ਤੋਂ ਬਾਅਦ ਜੋ ਵੀ ਕੁਛ ਹੁੰਦਾ। ਆਰਡੀਨੈਂਸ ਜਾਰੀ ਕਰਨ ਦਾ ਕੇਂਦਰ ਸਰਕਾਰ ਨੂੰ ਜਾਂ ਸੂਬਿਆਂ ਨੂੰ ਰਾਈਟ ਇਸ ਕਰਕੇ ਸੀ, ਹੱਕ ਇਸ ਕਰਕੇ ਸੀ ਕਿ ਜੇ ਕੋਈ ਐਮਰਜੈਂਸੀ ਹਾਲਾਤ ਆਉਂਦੇ ਨੇ, ਜੇ ਕੋਈ ਇਹੋ ਜਿਹੇ ਹਾਲਾਤ ਹੋ ਜਾਂਦੇ ਨੇ ਕਿ ਪਾਰਲੀਮੈਂਟ ਸੈਸ਼ਨ 'ਚ ਨਹੀਂ ਹੈ, ਉਦੋਂ ਪਹਿਲਾਂ ਤੁਹਾਨੂੰ ਕੁਝ ਬਣਾਉਣਾ ਪੈਂਦਾ, ਜਾਂ ਅਸੈਂਬਲੀ ਸੈਸ਼ਨ 'ਚ ਨਹੀਂ ਹੈ, ਤੁਹਾਨੂੰ ਕੋਈ ਵੱਧੇ ਦਿਨਾਂ ਦੇ ਵਿੱਚ ਵੀ ਤੁਸੀਂ ਕੋਈ ਫੈਸਲਾ ਕਰਨਾ ਹੁੰਦਾ, ਤਾਂ ਤੁਸੀਂ ਉਹ ਕਾਨੂੰਨ ਦੀ ਬਿੱਲ ਲਿਆਉਣ ਦੀ ਬਜਾਏ ਆਰਡੀਨੈਂਸ ਜ਼ਰੀਏ ਕਰ ਸਕਦੇ ਹੋ। ਇਸੇ ਕਰਕੇ ਉਹਦੀ ਸੀਮਾ ਨਿਰਧਾਰਿਤ ਕੀਤੀ ਗਈ ਹੈ ਕਿ ਜਦੋਂ ਵੀ ਅਗਲਾ ਸੈਸ਼ਨ ਆਏਗਾ ਅਤੇ ਉਹ ਪੇਸ਼ ਕਰਨਾ ਪਏਗਾ ਬਿੱਲ। ਜੇ ਉਹ ਬਿੱਲ ਪਾਸ ਨਹੀਂ ਹੁੰਦਾ ਤਾਂ ਆਰਡੀਨੈਂਸ ਵੀ ਰੱਦ ਹੋ ਜਾਏਗਾ। ਇਹ ਸਾਡੀ ਕਾਨੂੰਨੀ ਅਤੇ ਸੰਵਿਧਾਨਕ ਪ੍ਰਕਿਰਿਆ ਹੈ। ਪਰ ਹੁਣ ਸਰਕਾਰ ਨੇ ਕੀ ਕੀਤਾ, ਤੁਸੀਂ ਜਿਹੜੀ ਵੀ ਮਰਜ਼ੀ ਚੀਜ਼ ਦੇਖੋ, ਖੇਤੀ ਦੇ ਬਿੱਲ ਦੇਖੋ, ਥਰੂ ਆਰਡੀਨੈਂਸ ਆਉਂਦੇ ਨੇ 5 ਜੂਨ ਨੂੰ। ਕੋਈ ਤੁਹਾਨੂੰ ਇਹ ਨਹੀਂ ਕਰਦਾ। ਜਿੰਨੀਆਂ ਅਮੈਂਡਮੈਂਟਸ ਹੋਰ ਕਾਨੂੰਨਾਂ 'ਤੇ ਆਉਂਦੀਆਂ ਨੇ ਉਹ ਵੀ ਆਰਡੀਨੈਂਸ।
ਹੁਣ ਇਹੀ ਇਹ ਕਿਹਾ ਜਾ ਰਿਹਾ, ਜਿਵੇਂ ਖੇਤੀ ਤੇ ਕਿਸਾਨ ਪੁੱਛਦੇ ਰਹੇ ਨੇ ਕਿ ਉਹ ਕਿਹੜੀ ਐਮਰਜੈਂਸੀ ਸੀ ਜਿਹੜੀ ਪਾਰਲੀਮੈਂਟ ਦੇ ਵਿੱਚ ਚਰਚਾ ਤੋਂ ਗੁਰੇਜ਼ ਕਰਾਉਂਦੀ ਸੀ, ਜਿਹੜੀ ਕਹਿੰਦੀ ਸੀ ਵੀ ਜੇ ਹੁਣੇ ਆਰਡੀਨੈਂਸ ਨਾ 5 ਜੂਨ ਨੂੰ ਕੀਤਾ ਗਿਆ, ਜਦੋਂ ਕਰੋਨਾ ਦੀ ਮਾਰ ਸੀ, ਲੋਕ ਅੰਦਰ ਡਰੇ ਬੈਠੇ ਸੀ, ਤਾਂ ਭੁਚਾਲ ਆ ਜਾਣਾ ਦੇਸ਼ ਦੇ ਵਿੱਚ। ਕੋਈ ਅਰਜੈਂਸੀ ਸ਼ੋਅ ਨਹੀਂ ਕਰ ਸਕੀ ਗਵਰਨਮੈਂਟ ਕਿ ਆਹ ਅਰਜੈਂਸੀ ਸੀ ਜਾਂ ਆਹ ਤੁਰੰਤ ਦੀ ਲੋੜ ਸੀ, ਪਰ ਫਿਰ ਵੀ ਬਣਾਤਾ। ਇਹ ਸੰਵਿਧਾਨ ਦੀ ਸਪਿਰਿਟ ਦੇ ਖਿਲਾਫ ਹੈ। ਇਸੇ ਤਰ੍ਹਾਂ ਹੁਣ ਇਹ ਹੈ ਕਿ ਈਡੀ ਤੇ ਸੀਬੀਆਈ ਦੇ ਜਿਹੜੇ ਮੁਖੀਆਂ ਦਾ ਕਾਰਜਕਾਲ ਤੁਸੀਂ ਵਧਾ ਰਹੇ ਹੋ, ਇਹਦੀ ਐਮਰਜੈਂਸੀ ਕੀ ਹੈ? ਕੋਈ ਨਵਾਂ ਲੱਗ ਜੂ, ਬਥੇਰੇ ਕਾਬਲ ਅਫਸਰ ਨੇ, ਕੋਈ ਇਹ ਥੋੜ੍ਹੀ ਹੈ ਕਿ ਅਫਸਰਾਂ ਦੀ ਤੋਟ ਹੋ ਗਈ ਹੈ। ਜਾਂ ਜਿਹੜੇ ਬੰਦੇ ਤੁਸੀਂ ਲਾਏ ਹੋਏ ਨੇ, ਜਿਹੜੇ ਤੁਹਾਡੀ ਮਨਮਾਨੀ ਦੇ ਮੁਤਾਬਕ ਕੰਮ ਕਰਦੇ ਨੇ, ਫਿਰ ਤੁਹਾਨੂੰ ਇਹ ਹੋ ਜਾਊਗਾ ਵੀ ਜੇ ਇਹ ਚਲੇ ਗਏ ਨਵੇਂ ਬੰਦੇ ਲਿਆਉਣੇ ਪੈਣਗੇ ਤਾਂ ਪਤਾ ਨਹੀਂ ਨਵਾਂ ਕਿਵੇਂ ਕਰੂ ਕਿਵੇਂ ਨਹੀਂ ਕਰੂ। ਤੁਹਾਡਾ ਆਪਣਾ ਪੋਲੀਟੀਕਲ ਡਰ ਹੈ ਬਿਲਕੁਲ, ਜਾਂ ਕੋਈ ਲੋੜ ਹੈ? ਇਹਨਾਂ ਦੇ ਵਿੱਚੋਂ ਹੁਣ ਕੀ ਹੈ? ਔਰ ਹੁਣ ਹੀ ਨਵੰਬਰ ਦੇ ਵਿੱਚ ਰਿਟਾਇਰਮੈਂਟ ਸੀ ਜੀ। ਹਾਲਾਂਕਿ ਐਸੇ ਨਵੰਬਰ ਦੇ ਆਖਰੀ ਹਫਤੇ ਦੇ ਵਿੱਚ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣਾ। ਬਿਲਕੁਲ, ਅਜੇ 10 ਦਿਨ ਰਹਿੰਦੇ ਨੇ, 15 ਦਿਨ 12 ਦਿਨ। ਉਦੋਂ ਪਹਿਲਾਂ ਆਰਡੀਨੈਂਸ ਲਿਆਉਣ ਦੀ ਤੁਕ ਕੀ ਹੈ ਕਿਸੇ ਵੀ ਰੂਪ ਦੇ ਵਿੱਚ? ਇਹ ਸਵਾਲ ਬਹੁਤ ਬੜਾ ਸਵਾਲ ਹੈ ਸਰਕਾਰ ਦੇ ਸਾਹਮਣੇ। ਇਹਦਾ ਮਤਲਬ ਇਹ ਹੈ ਕਿ ਤੁਸੀਂ ਸੁਪਰੀਮ ਕੋਰਟ ਨੂੰ ਵੀ ਇਹ ਕਿਹਾ, ਜਿਹੜੀ ਸੁਪਰੀਮ ਕੋਰਟ ਨੇ ਇਹ ਫੈਸਲਾ ਦਿੱਤਾ ਸੀ ਕਿ 2 ਸਾਲਾਂ ਤੋਂ ਵੱਧ ਨਹੀਂ ਰੱਖਿਆ ਜਾਣਾ ਚਾਹੀਦਾ ਕੋਈ ਬੰਦਾ, ਉਹਨੂੰ ਵੀ ਅੱਖਾਂ ਦਿਖਾ ਰਹੇ ਵੀ ਤੂੰ ਜੋ ਮਰਜ਼ੀ ਕਰ ਲੈ, ਕਰਾਂਗੇ ਤਾਂ ਅਸੀਂ ਉਹ ਜੋ ਸਾਨੂੰ ਚਾਹੀਦਾ ਹੋਏਗਾ, ਆਪਦੀ ਮਨਮਾਨੀ ਕਰਾਂਗੇ ਜੀ। ਤੇ ਅਗਲੀ ਗੱਲ ਇਹ ਹੈ ਕਿ ਤੁਸੀਂ ਲੋਕਾਂ ਦੇ ਵਿੱਚ ਵੀ ਇੱਕ ਮੈਸੇਜ ਦੇਣਾ ਚਾਹੁੰਦੇ ਹੋ ਕਿ ਜਿਹੜੇ ਰਸਤੇ ਉਹ ਚੱਲ ਰਹੇ ਨੇ ਜੀ, ਇੱਕ ਪਾਸੜ ਰਸਤੇ ਲੋਕਾਂ ਦੀ ਅਣਸੁਣੀ ਕਰਕੇ, ਅਸੀਂ ਉਸੇ ਰਸਤੇ ਤੇ ਸਾਬਤ ਕਦਮੀ ਅੱਗੇ ਚੱਲ ਰਹੇ ਹਾਂ। ਇਹ ਜਿਹੜਾ ਇੱਕ ਮਾਹੌਲ, ਇੱਕ ਰਾਹ ਬਣਾਇਆ ਜਾ ਰਿਹਾ ਸਰਕਾਰ ਵੱਲੋਂ, ਇਹ ਸਾਰੇ ਰਲ ਕੇ ਜਿਹੜੀਆਂ ਇਹ ਚੀਜ਼ਾਂ ਨੇ, ਮੇਰਾ ਖਿਆਲ ਹੈ ਇਹ ਬਹੁਤ ਖਤਰਨਾਕ ਨੇ ਦੇਸ਼ ਦੇ ਭਵਿੱਖ ਲਈ, ਦੇਸ਼ ਦੀ ਜਮਹੂਰੀਅਤ ਲਈ, ਸਧਾਰਨ ਲੋਕਾਂ ਲਈ, ਆਮ ਲੋਕਾਂ ਦੀ ਨਿਆਂ ਪ੍ਰਣਾਲੀ ਲਈ। ਹਮੀਰ ਜੀ, ਜਦੋਂ ਇੱਕ ਪਾਸੇ ਆਪਾਂ ਦੇਸ਼ ਦੀ ਆਜ਼ਾਦੀ ਨੂੰ ਲੈ ਕੇ ਜਾਂ ਦੇਸ਼ 'ਚ ਜਮਹੂਰੀਅਤ ਨੂੰ ਲੈ ਕੇ ਗੱਲ ਕਰਦੇ ਹਾਂ, ਤਾਂ ਉਸੇ ਦੌਰਾਨ ਚੀਫ ਜਸਟਿਸ ਦੀ ਇੱਕ ਵੱਡੀ ਟਿੱਪਣੀ ਆਉਂਦੀ ਹੈ ਜੋ ਕਿ ਨਿਆਂਪਾਲਿਕਾ ਦੇ ਵਿੱਚ ਜਿਹੜਾ ਹੈਗਾ ਆਜ਼ਾਦੀ ਨੂੰ ਲੈ ਕੇ ਸਵਾਲ ਚੁੱਕਦੇ ਨੇ ਤੇ ਆਜ਼ਾਦੀ ਨੂੰ ਬਹਾਲ ਰੱਖਣ ਲਈ ਗੱਲਾਂ ਕਰਦੇ ਨੇ। ਅਸੀਂ ਜਾਣਨਾ ਚਾਹਾਂਗੇ ਉਹਨਾਂ ਨੇ ਅਜਿਹੀ ਕੀ ਟਿੱਪਣੀ ਕੀਤੀ ਹੈ ਤੇ ਉਹਨਾਂ ਦੀ ਟਿੱਪਣੀ ਦਾ ਮੌਜੂਦਾ ਹਾਲਾਤਾਂ 'ਤੇ ਕਿਸ ਤਰ੍ਹਾਂ ਦਾ ਅਸਰ ਦੇਖਣ ਨੂੰ ਮਿਲ ਸਕਦਾ? ਵੈਸੇ ਪਿਛਲੇ ਦਿਨਾਂ ਤੋਂ ਕਈ ਕੇਸ ਇਹੋ ਜਿਹੇ ਆ ਰਹੇ ਨੇ ਜਿਸ 'ਚ ਚੀਫ ਜਸਟਿਸ ਰਮੰਨਾ ਕਈ ਟਿੱਪਣੀਆਂ ਕਰ ਰਹੇ ਨੇ ਵੱਖ-ਵੱਖ ਮਾਮਲਿਆਂ ਦੇ ਵਿੱਚ। ਜਿਵੇਂ ਪਰਾਲੀ ਦੇ ਮਾਮਲੇ ਦੇ ਵਿੱਚ ਹੀ ਉਹਨਾਂ ਨੇ ਇੱਕ ਟਿੱਪਣੀ ਕੀਤੀ ਸੀਗੀ ਕਿ ਤੁਸੀਂ ਕੀ ਕਰ ਰਹੇ ਹੋ, ਜਿਹੜਾ 70% ਤੋਂ ਜ਼ਿਆਦਾ ਪੋਲੂਸ਼ਨ ਦੇ ਕਰਨ ਵਾਲੇ ਲੋਕ ਨੇ ਉਹਨਾਂ ਤੇ ਤੁਹਾਡੀ ਪੁਲਿਸ ਜਾਂ ਬਾਕੀ ਪ੍ਰਸ਼ਾਸਨ ਕੀ ਕਰ ਰਿਹਾ? ਤੁਸੀਂ ਇਕੱਲੀ ਪਰਾਲੀ ਕਹੀ ਜਾ ਰਹੇ ਹੋ, ਪਰਾਲੀ ਦਾ ਹਿੱਸਾ ਬਹੁਤ ਘੱਟ ਹੈ ਪੋਲੂਸ਼ਨ ਦੇ ਵਿੱਚ ਜੀ। ਤੇ ਜਦੋਂ ਅਟਾਰਨੀ ਜਨਰਲ ਨੇ ਕੋਈ ਗੱਲ ਅੰਗਰੇਜ਼ੀ ਜ਼ਿਆਦਾ ਕੀਤੀ ਤਾਂ ਉਹਨਾਂ ਨੇ ਚੁਟਕੀ ਲੈਂਦੇ ਇਹ ਕਿਹਾ ਕਿ ਮੈਨੂੰ ਤਾਂ 8ਵੀਂ ਤੋਂ ਅੰਗਰੇਜ਼ੀ ਲੱਗੀ ਸੀ, ਮੈਨੂੰ ਤੁਹਾਡੇ ਜਿੰਨੀ ਅੰਗਰੇਜ਼ੀ ਨਹੀਂ ਆਉਂਦੀ। ਮਤਲਬ ਇਹ ਸੀ ਕਿ ਤੁਸੀਂ ਇਹ ਡਾਂਟਣਾ ਹੁੰਦਾ ਇੱਕ ਟਾਈਪ ਦਾ ਕਿ ਤੁਸੀਂ ਤੱਥ 'ਤੇ ਗੱਲ ਨਹੀਂ ਕਰਦੇ, ਜਿਹੜਾ ਸਵਾਲ ਪੁੱਛਿਆ ਜਾ ਰਿਹਾ ਉਹਦਾ ਜਵਾਬ ਨਹੀਂ ਦਿੰਦੇ, ਤੇ ਤੁਸੀਂ ਕੇਵਲ ਬੋਲ ਕੇ ਇੱਧਰ ਉੱਧਰ ਟਰਾਈ ਕਰਨਾ ਚਾਹੁੰਦੇ ਹੋ ਕਿ ਡੰਗ ਟੱਪ ਜੇ ਜੀ। ਇਸੇ ਤਰ੍ਹਾਂ ਹੁਣ ਚੀਫ ਜਸਟਿਸ ਨੇ ਬੋਲਦੇ ਹੋਏ ਪਹਿਲੀ ਵਾਰ ਦੇਸ਼ ਦੇ ਸਾਰੇ ਵੱਡੇ ਹੇਠਲੇ ਜੱਜਾਂ ਨੂੰ ਸੰਬੋਧਨ ਕਰਦਿਆਂ ਜਿਹੜਾ ਚੀਫ ਜਸਟਿਸ ਨੇ ਇੱਕ ਗੱਲ ਕਹੀ ਹੈ ਕਿ ਜਮਹੂਰੀਅਤ ਨੂੰ ਬਚਾਉਣ ਦੇ ਵਾਸਤੇ ਇਸ ਦੇਸ਼ ਦੇ ਵਿੱਚ ਨਿਆਂ ਪ੍ਰਣਾਲੀ ਨੂੰ ਬਚਾਉਣਾ, ਉਹਦੀ ਨਿਰਪੱਖਤਾ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਔਰ ਨਿਆਂ ਪ੍ਰਣਾਲੀ ਜੇ ਨਿਰਪੱਖ ਰਹੂਗੀ ਤਾਂ ਡੈਮੋਕ੍ਰੇਸੀ ਦੇ ਬਾਕੀ ਪਿੱਲਰ ਖੜ੍ਹੇ ਰਹਿਣਗੇ, ਤਾਂ ਲੋਕਾਂ ਦੀਆਂ ਉਮੀਦਾਂ ਕਾਇਮ ਰਹਿਣਗੀਆਂ, ਨਹੀਂ ਤਾਂ ਉਮੀਦਾਂ ਨਹੀਂ ਕਾਇਮ ਹੋਣਗੀਆਂ। ਨਿਆਂ ਪ੍ਰਣਾਲੀ ਦੀ ਨਿਰਪੱਖਤਾ ਤਾਂ ਹੀ ਕਾਮਯਾਬ ਹੋ ਸਕਦੀ ਹੈ ਜੇਕਰ ਉਹ ਸੰਵਿਧਾਨ ਤੇ ਕਾਨੂੰਨ ਦੀ ਸਪਿਰਿਟ ਦੇ ਮੁਤਾਬਕ ਕੰਮ ਹੋਏਗਾ। ਜੇਕਰ ਕੋਈ ਹੋਰ ਦਖਲ ਨੇ ਜਿਹੜੇ ਇੱਧਰ ਉੱਧਰ ਲਿਓ ਕਿਸੇ ਨਾ ਕਿਸੇ ਤਰੀਕੇ ਦੇ ਬੰਦ ਹੋਣਗੇ। ਇਸੇ ਲਈ ਉਹ ਮੇਰੇ ਖਿਆਲ ਅੱਜ ਦੇ ਮਾਹੌਲ ਦੀ ਜਦੋਂ ਗੱਲ ਕਰਦੇ ਨੇ, ਜਿਸ ਮਾਹੌਲ ਦੇ ਵਿੱਚ ਉਹ ਕਰਦੇ ਨੇ, ਉਹਨਾਂ ਦਾ ਕਹਿਣਾ ਹੈ ਕਿ ਨਿਆਂਪਾਲਿਕਾ ਦੀ ਬਹੁਤ ਭੂਮਿਕਾ ਹੁੰਦੀ ਹੈ ਰਾਜ ਨੂੰ ਕਲਿਆਣਕਾਰੀ ਰਾਜ ਰੱਖਣ ਦੇ ਵਾਸਤੇ। ਬਿਲਕੁਲ, ਕਲਿਆਣਕਾਰੀ ਰਾਜ ਦਾ ਮਤਲਬ ਇਹ ਹੈ ਕਿ ਸਭ ਕੁਝ ਕਾਰਪੋਰੇਟ ਨੂੰ ਨਹੀਂ ਦੇ ਦੇਣਾ। ਜਿਹੜਾ ਗਰੀਬ ਗਰੀਬੀ ਨਾਲ ਜੂਝ ਰਿਹਾ ਹੈ, ਜਿਹੜਾ ਅਨਪੜ੍ਹਤਾ ਨਾਲ ਜੂਝ ਰਿਹਾ ਹੈ, ਜਿਹੜਾ ਵੱਖ-ਵੱਖ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਉਹਨਾਂ ਦੀ ਬਾਂਹ ਫੜਨਾ, ਉਹਨਾਂ ਦੀ ਮਦਦ ਕਰਨਾ ਸਰਕਾਰਾਂ ਦੀ ਤੇ ਰਾਜ ਦੀ ਜ਼ਿੰਮੇਵਾਰੀ ਹੁੰਦੀ ਹੈ ਜੀ। ਜੇ ਉਹ ਨਹੀਂ ਨਿਭਾਉਂਦੀ ਤਾਂ ਨਿਆਂਪਾਲਿਕਾ ਦਾ ਦਖਲ ਬਹੁਤ ਜ਼ਰੂਰੀ ਹੁੰਦਾ ਹੈ ਉਹ ਸਾਰੇ ਮਾਮਲੇ ਦੇ ਵਿੱਚ। ਇਹਨਾਂ ਦਿਨਾਂ ਦੇ ਵਿੱਚ ਜੋ ਸਾਡੇ ਸਾਹਮਣੇ ਮਾਹੌਲ ਦਿਖਾਈ ਦੇ ਰਿਹਾ ਹੈ, ਜਿਸ ਲੈਵਲ 'ਤੇ ਭੁੱਖਮਰੀ ਦਾ 101ਵਾਂ ਨੰਬਰ ਚਲਾ ਗਿਆ ਸਾਡੇ, ਵੱਧ ਕੇ ਉਸ ਪੱਧਰ ਦੇ ਉੱਤੇ, ਔਰ ਜਿਸ ਮਾਮਲੇ ਦੇ ਵਿੱਚ ਸਾਡਾ ਐਨਵਾਇਰਨਮੈਂਟ ਖਰਾਬ ਹੁੰਦਾ ਜਾ ਰਿਹਾ, ਜਿਸ ਮਾਮਲੇ ਦੇ ਵਿੱਚ ਸਾਡੀ ਕਿਸਾਨੀ ਤੇ ਖੇਤ ਮਜ਼ਦੂਰ ਜਿਹੜੇ ਨੇ ਉਹ ਸੁਸਾਈਡ ਕਰਨ ਜਾ ਰਹੇ ਨੇ, ਇਹ ਸਾਰੇ ਜਿਹੜੇ ਮੁੱਦੇ ਨੇ ਇਹ ਇਨਸਾਫ ਤੋਂ ਦੇ ਮਤਲਬ ਤਕਾਜ਼ੇ 'ਤੇ ਸਹੀ ਨਹੀਂ ਉਤਰਦੇ। ਅਤੇ ਇਹਦਾ ਮਤਲਬ ਇਹ ਹੈ ਕਿ ਨਿਆਂਪਾਲਿਕਾ ਦੀ ਭੂਮਿਕਾ ਦਾ ਜਿਹੜਾ ਅਹਿਸਾਸ ਹੈ ਜੀ ਕਿ ਹੋਰ ਜ਼ਿਆਦਾ ਵੱਡੇ ਪੱਧਰ 'ਤੇ ਹੋਣੀ ਚਾਹੀਦੀ ਹੈ, ਇਹ ਇੱਕ ਚੰਗਾ ਸੰਕੇਤ ਹੈ ਕਿ ਚੀਫ ਜਸਟਿਸ ਉਹਨਾਂ ਗੱਲਾਂ ਨੂੰ ਨਿਸ਼ਾਨਦੇਹੀ ਕਰ ਰਹੇ ਨੇ ਕਿ ਜਿਹੜੀਆਂ ਗੱਲਾਂ ਭਵਿੱਖ ਦੇ ਵਿੱਚ ਸਾਡੇ ਦੇਸ਼ ਦੇ ਜਾਂ ਬਾਕੀ ਲੋਕਾਂ ਦੇ ਦਿਮਾਗ ਦਾ ਏਜੰਡਾ ਬਣਨਾ ਚਾਹੀਦਾ।
ਉਹਦੇ ਸਿਆਸਤ ਦਾ ਵੀ ਏਜੰਡਾ ਬਣਨਾ ਚਾਹੀਦਾ। ਜੇ ਉਹ ਏਜੰਡਾ ਉਹਨਾਂ ਚਿਰ ਨਹੀਂ ਬਣੂਗਾ ਜਿੰਨਾ ਚਿਰ ਲੋਕ ਉਹਦੇ ਤੇ ਜਾਗਰੂਕ ਨਹੀਂ ਹੁੰਦੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਹ ਬਹੁਤ ਮਹੱਤਵਪੂਰਨ ਨਿਆਂਪਾਲਿਕਾ ਦਾ ਸਵਾਲ ਹੈ ਔਰ ਇਸੇ ਦੇ ਨਾਲ ਹੀ ਉਹ ਪਹਿਲੀਆਂ ਦੋ ਗੱਲਾਂ ਜੁੜਦੀਆਂ ਨੇ। ਜੇ ਸਾਰਿਆਂ ਨੂੰ ਤੁਸੀਂ ਗੁੰਮਰਾਹਕੁਨ ਕਹਿ ਦੋਗੇ, ਫੜ ਕੇ ਅੰਦਰ ਬੰਦ ਕਰ ਦੋਗੇ, ਸਾਰੀਆਂ ਚੀਜ਼ਾਂ ਕਰੋਗੇ ਤਾਂ ਜਸਟਿਸ ਕਿੱਥੇ ਹੈ? ਬਿਲਕੁਲ। ਤਾਂ ਨਿਆਂ ਕਿੱਥੇ ਹੈ? ਜੇ ਨਿਆਂਪਾਲਿਕਾ ਨਹੀਂ ਹੈ, ਨਿਆਂ ਉਹਦੇ ਮੁਤਾਬਕ ਸਪਿਰਿਟ ਮੁਤਾਬਕ ਨਿਆਂ ਨਹੀਂ ਹੈ ਤਾਂ ਡੈਮੋਕ੍ਰੇਸੀ ਕਿੱਥੇ ਹੈ? ਤਾਂ ਦੇਸ਼ ਕਿੱਥੇ ਹੈ? ਫਿਰ ਜਿਸ ਦੀ ਲਾਠੀ ਉਸ ਦੀ ਵਾਹ ਵਾਲਾ ਜਿਹੜਾ ਇੱਕ ਮਤਲਬ ਪੁਰਾਣਾ ਬੋਲਿਆ ਜਾਂਦਾ ਇੱਕ ਬਿਰਤਾਂਤ ਹੁੰਦਾ ਹੈ ਜਾਂ ਇੱਕ ਮੁਹਾਵਰਾ ਹੁੰਦਾ ਹੈ, ਫਿਰ ਉਹਦੇ ਨਾਲ ਇਹਦਾ ਮੁਕਾਬਲਾ ਕੀਤਾ ਜਾਣ ਲੱਗੂਗਾ। ਇਸ ਕਰਕੇ ਇਹ ਬਿਆਨ ਕਾਫੀ ਮਹੱਤਵਪੂਰਨ ਹੈ ਤੇ ਇਸ ਬਿਆਨ ਤੇ ਗੌਰ ਕਰਕੇ ਇੱਕ ਚਰਚਾ ਦੀ ਮੰਗ ਕਰਦਾ ਜੀ। ਹਮੀਰ ਜੀ, ਕਰਤਾਰਪੁਰ ਲਾਂਘਾ ਜਿਹੜਾ ਹੈਗਾ ਖੋਲ੍ਹਣ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਤੇ ਸਮਾਜਿਕ ਜਥੇਬੰਦੀਆਂ ਮੰਗ ਕਰਦੀਆਂ ਆ ਰਹੀਆਂ ਨੇ, ਪਰ ਕੇਂਦਰ ਸਰਕਾਰ ਵੱਲੋਂ ਜਿਹੜਾ ਹੈਗਾ ਪੰਜਾਬ ਭਾਜਪਾ ਵੱਲੋਂ ਵਿਸ਼ੇਸ਼ ਤੌਰ ਤੇ ਜਿਹੜਾ ਹੈਗਾ ਇਸ ਮੰਗ ਨੂੰ ਜਿਹੜਾ ਉਠਾਇਆ ਗਿਆ। ਜਦੋਂ ਪੰਜਾਬ ਭਾਜਪਾ ਦੇ ਆਗੂ ਜਾ ਕੇ ਇਹ ਮੰਗ ਕਰਦੇ ਨੇ ਕਿ ਲਾਂਘਾ ਖੋਲ੍ਹਿਆ ਜਾਣਾ ਚਾਹੀਦਾ, ਇਸ ਬਾਰੇ ਤੁਸੀਂ ਕਿਵੇਂ ਦੇਖਦੇ ਹੋ? ਸਾਡੇ ਦਰਸ਼ਕਾਂ ਨੂੰ ਜ਼ਰੂਰ ਚਾਨਣਾ ਪਾਓ। ਦੇਖੋ, ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ 550 ਸਾਲਾ ਜਦੋਂ ਗੁਰੂ ਨਾਨਕ ਸਾਹਿਬ ਦਾ ਮਨਾਇਆ ਜੀ, ਜਿਹੜਾ ਪ੍ਰਗਟ ਦਿਵਸ, ਉਦੋਂ ਖੁੱਲ੍ਹਿਆ ਸੀ। ਉਦੋਂ ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਨੇ, ਖਾਸ ਤੌਰ ਤੇ ਪਹਿਲ ਕਦਮੀ ਪਾਕਿਸਤਾਨ ਦੀ ਸਰਕਾਰ ਵੱਲੋਂ ਹੋਈ ਕਿ ਅਸੀਂ ਤਾਂ ਖੋਲ੍ਹ ਦਾਂਗੇ। ਉਦੋਂ ਬਾਅਦ ਸਾਡੀ ਸਰਕਾਰ ਵੱਲੋਂ ਵੀ ਹੋਈ ਔਰ ਉਹ ਲਾਂਘਾ ਉਦੋਂ ਖੁੱਲ੍ਹਿਆ ਸੀ ਜਦੋਂ ਦੋਨਾਂ ਸਰਕਾਰਾਂ ਦੀਆਂ ਗੱਲਬਾਤ ਦੀਆਂ ਟਰਮਜ਼ ਵੀ ਨਹੀਂ ਸੀ, ਇੱਕ ਦੂਜੇ ਨਾਲ ਗੱਲਬਾਤ ਕੋਈ ਨਹੀਂ ਸੀ ਚੱਲ ਰਹੀ। ਪਰ ਜੇ ਗੱਲਬਾਤ ਚੱਲੀ ਟੀਮਾਂ ਦੇ ਵਿੱਚ, ਕੇਵਲ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਨਹੀਂ ਚੱਲੀ। ਉਦੋਂ ਬਾਅਦ ਫਿਰ ਇੱਕ ਅਹਿਸਾਸ ਹੋ ਗਿਆ ਸੀ, ਇੱਕ ਮਤਲਬ ਸੁਪਨਾ ਜਿਹੜਾ ਜਿਵੇਂ ਪੂਰਾ ਹੋਣਾ ਹੁੰਦਾ ਇਸ ਪਾਸੇ ਵੱਲ ਚਲਾ ਗਿਆ ਸੀ ਕਿ ਇੱਕ ਤਾਂ ਕਰਤਾਰਪੁਰ ਸਾਹਿਬ ਜਾਣਾ ਆਉਣਾ ਜੁੜੂਗਾ ਤੇ ਪੀਪਲ ਟੂ ਪੀਪਲ ਕੰਟੈਕਟ ਹੋਏਗਾ ਤਾਂ ਉਹਦੇ ਨਾਲ ਸ਼ਾਇਦ ਦੋਨੇ ਦੇਸ਼ਾਂ ਦੇ ਵਿੱਚ ਕੁੜੱਤਣ ਘਟੇਗੀ, ਬਾਰਡਰ ਖੁੱਲ੍ਹਣਗੇ, ਵਪਾਰ ਵਧੇਗਾ, ਲੋਕਾਂ ਦੀ ਆਉਣੀ ਜਾਣੀ ਵਧੇਗੀ, ਨਫ਼ਰਤ ਘਟੇਗੀ, ਹਥਿਆਰਾਂ ਤੇ ਖਰਚ ਘਟੂਗਾ ਤੇ ਉਹ ਸਾਰਾ ਪੈਸਾ ਲੋਕਾਂ ਦੇ ਵੈਲਫੇਅਰ ਤੇ ਲੱਗੇਗਾ, ਭਲਾਈ ਤੇ ਲੱਗੇਗਾ, ਚਾਹੇ ਉਹ ਵਿੱਦਿਆ ਤੇ, ਰੁਜ਼ਗਾਰ ਤੇ, ਸਿਹਤ ਤੇ, ਵੱਖ-ਵੱਖ ਜਿੰਨੇ ਵੀ ਮੁੱਦੇ ਨੇ ਉਹਨਾਂ ਤੇ ਲੱਗੇਗਾ ਜੀ। ਪਰ ਇਹ ਬਹੁਤੀ ਦੇਰ ਕਾਇਮ ਨਹੀਂ ਰਿਹਾ ਫਿਲਹਾਲ, ਕਿਉਂਕਿ ਕਰੋਨਾ ਦੀ ਆੜ ਦੇ ਵਿੱਚ ਸਭ ਚੀਜ਼ਾਂ ਬੰਦ ਕੀਤੀਆਂ ਤੇ ਉਹ ਵੀ ਬੰਦ ਕਰ ਦਿੱਤਾ। ਬਿਲਕੁਲ। ਹੁਣ ਉਸ ਤੋਂ ਬਾਅਦ ਕਾਫੀ ਲੰਬੇ ਸਮੇਂ ਤੋਂ ਤੁਸੀਂ ਸਕੂਲ ਖੋਲ੍ਹਤੇ, ਕਾਲਜ ਖੋਲ੍ਹਤੇ, ਸਭ ਕੁਝ ਚੀਜ਼ਾਂ ਖੋਲ੍ਹਤੀਆਂ, ਤਾਂ ਕਰਤਾਰਪੁਰ ਸਾਹਿਬ ਲਾਂਘਾ ਕਿਉਂ ਨਹੀਂ ਖੋਲ੍ਹਿਆ ਜੀ? ਤੇ ਇਦੋਂ ਪਹਿਲਾਂ ਵੀ ਸੂਬੇ ਦੀ ਸਰਕਾਰ, ਮੁੱਖ ਮੰਤਰੀ ਦੇ ਤੌਰ ਤੇ ਵੀ, ਦੂਜੀਆਂ ਵਿਰੋਧੀ ਪਾਰਟੀਆਂ ਦੇ ਆਗੂ ਤੇ ਵੱਖ-ਵੱਖ ਕਿਸਮ ਦੇ ਲੋਕ ਸਰਕਾਰ ਨੂੰ ਚਿੱਠੀ ਵੀ ਲਿਖ ਰਹੇ ਨੇ, ਡੈਪੂਟੇਸ਼ਨ ਵੀ ਮਿਲੇ ਨੇ ਤੇ ਸਾਰੇ ਲੋਕ ਇਹ ਕਹਿੰਦੇ ਨੇ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਖੋਲ੍ਹਿਆ ਜਾਣਾ ਚਾਹੀਦਾ ਹੈ ਜਦੋਂ ਕੋਵਿਡ ਤੇ। ਪਰ ਇਹ ਜਿਹੜੇ ਤਰੀਕਾ ਕਿ ਬੀਜੇਪੀ ਦੇ ਲੀਡਰਾਂ ਤੋਂ ਇਹ ਮੰਗ ਕਰਾਈ ਜਾਵੇ ਜਾ ਕੇ ਜੀ, ਇਹਦਾ ਇੱਕੋ ਤਰੀਕਾ ਮੇਰੇ ਖਿਆਲ ਹੋ ਸਕਦਾ। ਇਹਦੇ ਪਿੱਛੇ ਜਿਹੜਾ ਬੀਜੇਪੀ ਦੀ ਮੰਸ਼ ਹੈ ਕਿ ਸਾਡੀ ਲੀਡਰਸ਼ਿਪ ਨੂੰ ਪੰਜਾਬ ਦੇ ਵਿੱਚ ਤੇ ਸਿੱਖਾਂ ਦੇ ਮਨਾਂ 'ਚ ਕੁਝ ਭਰੋਸੇਯੋਗਤਾ ਦਿਵਾਈ ਜਾਵੇ ਜੀ। ਅੱਗੇ ਦੀ ਜਿਹੜੀ ਚੋਣਾਂ ਆ ਰਹੀਆਂ ਨੇ ਉਹਦੇ 'ਚ ਸਾਡਾ ਜਿੱਡੇ ਵੱਡੇ ਪੱਧਰ ਤੇ ਘਿਰਾਓ ਹੋ ਰਿਹਾ ਕਿਸਾਨ ਅੰਦੋਲਨ ਕਰਕੇ, ਜਿੱਡੇ ਵੱਡੇ ਪੱਧਰ ਤੇ ਲੋਕ ਬੀਜੇਪੀ ਦੇ ਆਗੂਆਂ ਨੂੰ ਘਰਾਂ 'ਚੋਂ ਬਾਹਰ ਨਹੀਂ ਨਿਕਲਣ ਦਿੰਦੇ, ਸ਼ਾਇਦ ਜੇਕਰ ਬੀਜੇਪੀ ਦੇ ਰਾਹੀਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਦਾ ਹੈ ਤਾਂ ਲੀਡਰਾਂ ਦੀ ਜਿਹੜੀ ਔਖ ਹੈ ਲੋਕਾਂ ਦੀ ਲੀਡਰਾਂ ਪ੍ਰਤੀ ਉਹ ਥੋੜ੍ਹੀ ਜਿਹੀ ਘਟ ਜੇ ਜੀ, ਤੇ ਉਹ ਘਟ ਕੇ ਅਸੀਂ ਸਿਆਸੀ ਜਿਹੜੀ ਮੈਦਾਨ ਹੈ ਉਹਦੇ 'ਚ ਕੁੱਦ ਸਕੀਏ ਤੇ ਉਹਦੇ 'ਚ ਆਪਣੀ ਲੋੜੀ ਦੇ ਮੁਤਾਬਕ ਆਪਣੀ ਸਿਆਸਤ ਕਰ ਸਕੀਏ ਜੀ। ਪਰ ਸਵਾਲ ਸਭ ਤੋਂ ਬੜਾ ਇੰਨਾ ਹੀ ਹੈ ਕਿ ਲੋਕ ਸਭ ਜਾਣਦੇ ਨੇ ਕਿ ਤੁਸੀਂ ਕਿਹੜੀ ਗੱਲ ਕਿਵੇਂ ਕਰ ਰਹੇ ਹੋ ਤੇ ਉਹਦੇ ਪਿੱਛੇ ਮੋਟਿਵ ਕੀ ਹੈ। ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲ੍ਹਣਾ ਚਾਹੀਦਾ, ਬਾਰਡਰ ਵੀ ਖੁੱਲ੍ਹਣੇ ਚਾਹੀਦੇ ਨੇ, ਬਾਰਡਰਾਂ ਦੇ ਵਿੱਚ ਆਦਾਨ ਪ੍ਰਦਾਨ ਕਰਕੇ ਲੋਕਾਂ ਦੇ ਰੁਜ਼ਗਾਰ ਤੋਂ ਲੈ ਕੇ ਵਪਾਰ ਵਧਣੇ ਚਾਹੀਦੇ ਨੇ, ਇਹ 'ਚ ਕੋਈ ਦੋ ਰਾਮਾ ਨਹੀਂ ਹੈ ਜੀ। ਪਰ ਜਿਹੜੀਆਂ ਚਲਾਕੀ ਟਾਈਪ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ, ਨਹੀਂ ਤਾਂ ਪੰਜਾਬ ਦੇ ਵਿੱਚ ਸਾਰੇ ਲੋਕ ਨੇ ਜਾਂ ਹੋਰ ਬਥੇਰੇ ਲੋਕ ਨੇ, ਬਿਲਕੁਲ, ਤਾਂ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਇਕੱਲਿਆਂ ਨੂੰ ਬੁਲਾ ਲਓ, ਚਲੋ ਜੇ ਤੁਸੀਂ ਗੱਲ ਕਰਨੀ ਹੋਵੇ ਇਸ ਪੱਧਰ ਤੇ, ਤੁਸੀਂ ਬੀਜੇਪੀ ਦੀ ਲੀਡਰਸ਼ਿਪ ਨੂੰ ਬੁਲਾਉਂਦੇ ਆ ਤਾਂ ਮਤਲਬ ਇਹ ਹੈ ਕਿ ਵੋਟ ਬੈਂਕ ਦੀ ਪੋਲੀਟਿਕਸ ਤੋਂ ਬਿਨਾਂ ਅਜੇ ਅੱਗੇ ਸੋਚਿਆ ਨਹੀਂ ਜਾ ਰਿਹਾ ਉਸ ਪੱਧਰ ਦੇ ਉੱਤੇ। ਇਹ ਮਹੱਤਵਪੂਰਨ ਗੱਲ ਹੈ ਔਰ ਮੈਨੂੰ ਲੱਗਦਾ ਕਿ ਲੋਕਾਂ ਨੂੰ, ਈਵਨ ਬੀਜੇਪੀ ਵੀ ਜੇ ਇਸ ਪੱਖ ਦੇ ਵਿੱਚ ਆਉਂਦੀ ਹੈ, ਬੀਜੇਪੀ ਦੀ ਸਥਾਨਕ ਲੀਡਰਸ਼ਿਪ ਜੀ, ਕਿ ਬਾਰਡਰ ਖੋਲ੍ਹਣਾ ਚਾਹੀਦਾ ਹੈ, ਬਾਰਡਰ ਮੋਕਲੇ ਹੋਣੇ ਚਾਹੀਦੇ ਨੇ, ਦੱਖਣੀ ਏਸ਼ੀਆ ਦੇ ਵਿੱਚ ਇੱਕ ਸਾਂਝਾ ਭਾਈਚਾਰਾ ਬਣਨਾ ਚਾਹੀਦਾ ਯੂਰਪ ਦੀ ਤਰ੍ਹਾਂ, ਸਾਂਝੀ ਕਰੰਸੀ ਬਣਨੀ ਚਾਹੀਦੀ ਹੈ ਯੂਰਪ ਦੀ ਤਰ੍ਹਾਂ, ਤੇ ਸਾਂਝੀ ਪਾਰਲੀਮੈਂਟ ਬਣਨੀ ਚਾਹੀਦੀ ਹੈ ਯੂਰਪ ਦੀ ਤਰ੍ਹਾਂ। ਜੇਕਰ ਉਹ ਚੀਜ਼ਾਂ ਵੱਲ ਨੂੰ ਅੱਗੇ ਨੂੰ ਗੱਲ ਵੱਧਦੀ ਹੈ ਤਾਂ ਕਰਤਾਰਪੁਰ ਸਾਹਿਬ ਲਾਂਘਾ, ਚਾਹੇ ਉਹ ਬੀਜੇਪੀ ਆਪਦਿਆਂ ਨੂੰ ਸਿਹਰਾ ਦੇਣਾ ਚਾਹੇ ਕਿਸੇ ਨੂੰ ਦੇਣਾ ਚਾਹੇ ਸਿਹਰਾ, ਜਿਹਨੂੰ ਮਰਜ਼ੀ ਦੇਣ, ਪਰ ਜੇ ਇਹ ਸਟੈਪ ਲਏ ਜਾਂਦੇ ਨੇ ਅੱਗੇ ਕਾਫੀ ਵਧੀਆ ਤਾਂ ਇਹ ਪੰਜਾਬ ਦੇ ਤੇ ਲੋਕਾਂ ਦੇ ਹਿੱਤ 'ਚ ਹੋਣਗੇ ਜੀ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਦੱਸਿਆ ਵੀ ਕਿ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਹੈਗਾ ਵੱਖ-ਵੱਖ ਰਾਜਸੀ ਜਿਹੜੀ ਧਿਰਾਂ ਨੇ ਤੇ ਸੂਬਾ ਸਰਕਾਰ ਵੀ ਮੰਗ ਕਰਦੀ ਆ ਰਹੀ ਹੈ, ਪਰ ਕੇਂਦਰ ਸਰਕਾਰ ਕਿਤੇ ਨਾ ਕਿਤੇ ਇਸ ਦਾ ਸਿਆਸੀ ਲਾਹਾ ਲੈਣ ਲਈ ਜਿਹੜਾ ਹੈਗਾ ਭਾਜਪਾ ਆਗੂਆਂ ਤੋਂ ਇਹ ਮੰਗ ਕਰਵਾ ਰਹੀ ਹੈ ਤਾਂ ਜੋ
ਲੋਕਾਂ ਦੇ ਵਿੱਚ ਉਹਨਾਂ ਨੂੰ ਜਾਣਾ ਸੌਖਾ ਹੋ ਜਾਵੇ। ਤੇ ਜਦਕਿ ਚਾਹੀਦਾ ਇਹ ਹੈ ਵੀ ਕਿ ਕਰਤਾਰਪੁਰ ਸਾਹਿਬ ਲਾਂਘਾ ਜਿਹੜਾ ਹੈਗਾ ਉਹ ਪਹਿਲਾਂ ਖੁੱਲ੍ਹ ਚੁੱਕਿਆ ਸੀ, ਤੇ ਕੇਂਦਰ ਸਰਕਾਰ ਨੂੰ ਹੁਣ ਉਸ ਨੂੰ ਜਿਹੜਾ ਹੈਗਾ ਬੜੇ ਸ਼ਾਂਤਮਈ ਢੰਗ ਨਾਲ ਖੋਲ੍ਹ ਦੇਣਾ ਚਾਹੀਦਾ ਹੈ। ਹੋਵੇਗਾ ਕੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।